ਸਮਾਂ ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਪ੍ਰਸੰਗ ਇਹ ਕਾਵ ਟੋਟਾ 9ਵੀਂ ਜਮਾਤ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਸਮੇਂ ਦੇ ਸਦਾ ਚੱਲਦੇ ਰਹਿਣ ਵਾਲੇ ਸੁਭਾਅ ਨੂੰ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਸਮੇਂ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ, ਇਹ ਆਪਣੀ ਚਾਲ ਚੱਲਦਾ ਰਹਿੰਦਾ ਹੈ। ਵਿਆਖਿਆ ਭਾਈ ਸਾਹਿਬ ਇਸਤਰੀ ਰੂਪ ਵਿੱਚ ਲਿਖਦੇ ਹਨ ਕਿ ਮੈਂ ਸਮੇਂ ਨੂੰ ਰੋਕਣ ਲਈ ਉਸ ਅੱਗੇ ਤਰਲੇ ਮਿੰਨਤਾਂ ਕਰਕੇ ਥੱਕ ਗਈ ਹਾਂ ਕਿ ਉਹ ਰੁਕ ਜਾਵੇ, ਪਰ ਸਮੇਂ ਨੇ ਮੇਰੀ ਕੋਈ ਵੀ ਗੱਲ ਨਹੀਂ ਮੰਨੀ। ਉਸ ਨੂੰ ਰੋਕਣ ਲਈ ਮੈਂ ਉਸਦੇ ਪੱਲੇ ਤੋਂ ਫੜ ਕੇ ਆਪਣੇ ਵੱਲ ਖਿੱਚਿਆ, ਪਰ ਉਹ ਪੱਲਾ ਛੁਡਾ ਕੇ ਵੀ ਚਲਾ ਗਿਆ। ਮੈਂ ਕੋਈ ਵੀ ਹੀਲਾ ਵਰਤ ਕੇ ਉਸ ਨੂੰ ਰੋਕ ਨਹੀਂ ਸਕੀ। ਮੈਂ ਉਸ ਨੂੰ ਰੋਕਣ ਲਈ ਉਸਦੇ ਰਸਤੇ ਵਿੱਚ ਜਿਹੜੀ ਵੀ ਰੁਕਾਵਟ ਪਾਈ, ਉਹ ਉਸ ਨੂੰ ਭੰਨ ਤੋੜ ਕੇ ਅੱਗੇ ਲੰਘ ਗਿਆ। ਉਹ ਆਪਣੀ ਤਿੱਖੀ ਚਾਲ ਨਾਲ ਮੇਰੀਆਂ ਸਾਰੀਆਂ ਰੁਕਾਵਟਾਂ ਨੂੰ ਚੀਰਦਾ ਹੋਇਆ ਚਲਾ ਗਿਆ। ਮਨੁੱਖ ਕੋਈ ਵੀ ਹੀਲਾ ਵਰਤ ਕੇ ਸਮੇਂ ਨੂੰ ਆਪਣੇ ਕਾਬੂ ਵਿੱਚ ਨਹੀਂ ਰੱਖ ਸਕਦਾ। ਸਮਾਂ ਬਹੁਤ ਤੇਜ਼ ਰਫ਼ਤਾਰ ਨਾਲ ਲੰਘ ਜਾਂਦਾ ਹੈ, ਇਸ ਲਈ ਸਾਨੂੰ ਵਰਤਮਾਨ ਸਮੇਂ ਦਾ ਸਦ ਉਪਯੋਗ ਕਰਕੇ ਉਸ ਨੂੰ ਸਫਲ ਬਣਾਉਣਾ ਚਾਹੀਦਾ ਹੈ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ। ਪ੍ਰਸੰਗ ਇਹ ਕਾਵ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਸਮਾਂ ਵਿੱਚੋਂ ਲਿਆ ਗਿਆ ਹੈ। ਇਹਨਾਂ ਸਤਰਾਂ ਵਿੱਚ ਭਾਈ ਸਾਹਿਬ ਨੇ ਮਨੁੱਖ ਨੂੰ ਆਪਣੇ ਵਰਤਮਾਨ ਸਮੇਂ ਨੂੰ ਨਾਮ ਸਿਮਰਨ ਅਤੇ ਹੋਰ ਚੰਗੇ ਕੰਮਾਂ ਵਿੱਚ ਲਾ ਕੇ ਸਫਲ ਕਰਨ ਲਈ ਕਿਹਾ ਹੈ। ਵਿਆਖਿਆ ਭਾਈ ਸਾਹਿਬ ਲਿਖਦੇ ਹਨ ਕਿ ਹੇ ਮਨੁੱਖ, ਤੂੰ ਅਜੇ ਵੀ ਸੰਭਲ ਜਾ ਅਤੇ ਜੋ ਸਮਾਂ ਤੇਰੇ ਕੋਲ ਹੈ ਉਸ ਦੀ ਸੰਭਾਲ ਕਰ ਲੈ। ਵਰਤਮਾਨ ਸਮਾਂ ਜੋ ਅਜੇ ਤੇਰੇ ਹੱਥ ਵਿੱਚ ਹੈ, ਤੂੰ ਉਸ ਨੂੰ ਨਾਮ ਸਿਮਰਨ, ਸਤਸੰਗ ਅਤੇ ਚੰਗੇ ਕਰਮਾਂ ਵਿੱਚ ਲਾ ਕੇ ਸਫਲ ਕਰ ਲੈ। ਜੇ ਤੂੰ ਇੰਜ ਨਾ ਕੀਤਾ ਤਾਂ ਸਮੇਂ ਨੇ ਬਹੁਤ ਤੇਜ਼ ਚਾਲ ਚੱਲਦੇ ਹੋਏ ਤੇਰੇ ਹੱਥੋਂ ਨਿਕਲ ਜਾਣਾ ਹੈ, ਕਿਉਂਕਿ ਸਮੇਂ ਨੂੰ ਰੁਕਣ ਦੀ ਜਾਚ ਹੀ ਨਹੀਂ ਹੈ। ਜੇਕਰ ਸਮਾਂ ਇੱਕ ਵਾਰ ਲੰਘ ਜਾਵੇ ਤਾਂ ਉਹ ਕਦੇ ਵੀ ਵਾਪਸ ਨਹੀਂ ਆਉਂਦਾ। ਇਸ ਲਈ ਤੈਨੂੰ ਆਪਣਾ ਵਰਤਮਾਨ ਸਮਾਂ ਸਫਲ ਬਣਾਉਣ ਲਈ ਹਰ ਸਮੇਂ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਕਵਿਤਾ ਦਾ ਕੇਂਦਰੀ ਭਾਵ ਹੈ ਜੀ, ਸਮੇਂ ਦਾ ਸੁਭਾਅ ਹਮੇਸ਼ਾ ਚੱਲਦੇ ਰਹਿਣ ਵਾਲਾ ਹੈ। ਮਨੁੱਖ ਇਸ ਨੂੰ ਕੋਈ ਵੀ ਹੀਲਾ ਵਰਤ ਕੇ ਰੋਕ ਨਹੀਂ ਸਕਦਾ। ਇਸ ਲਈ ਮਨੁੱਖ ਨੂੰ ਵਰਤਮਾਨ ਸਮਾਂ ਨਾਮ ਸਿਮਰਨ ਅਤੇ ਨੇਕ ਕੰਮਾਂ ਵਿੱਚ ਲਾ ਕੇ ਸਫਲ ਕਰ ਲੈਣਾ ਚਾਹੀਦਾ ਹੈ।
ਇਸ ਕਵਿਤਾ ਦਾ ਜੋ ਕੇਂਦਰੀ ਭਾਵ ਹੈ, ਸਮਾਂ ਕਵਿਤਾ ਦਾ ਕੇਂਦਰੀ ਭਾਵ ਹੈ, ਸਮੇਂ ਦਾ ਸੁਭਾਅ ਹਮੇਸ਼ਾ ਚਲਦੇ ਰਹਿਣ ਵਾਲਾ ਹੈ। ਮਨੁੱਖ ਇਸ ਨੂੰ ਕੋਈ ਵੀ ਹੀਲਾ ਵਰਤ ਕੇ ਰੋਕ ਨਹੀਂ ਸਕਦਾ। ਇਸ ਲਈ ਮਨੁੱਖ ਨੂੰ ਵਰਤਮਾਨ ਸਮਾਂ ਨਾਮ ਸਿਮਰਨ ਅਤੇ ਨੇਕ ਕੰਮਾਂ ਵਿੱਚ ਲਾ ਕੇ ਸਫਲ ਕਰ ਲੈਣਾ ਚਾਹੀਦਾ ਹੈ। ਸਮਾਂ ਕਵਿਤਾ ਦਾ ਲੇਖਕ ਕੌਣ ਹੈ? ਭਾਈ ਵੀਰ ਸਿੰਘ। ਸਮਾਂ ਕਵਿਤਾ ਵਿੱਚ ਕਿਸ ਦੀ ਸੰਭਾਲ ਕਰਨ ਲਈ ਕਿਹਾ ਗਿਆ ਹੈ? ਸਮੇਂ ਦੀ। ਸਮਾਂ ਕਵਿਤਾ ਵਿੱਚ ਕਿਸ ਨੂੰ ਸਫਲ ਕਰਨ ਲਈ ਕਿਹਾ ਗਿਆ ਹੈ? ਸਮੇਂ ਨੂੰ। ਸਮੇਂ ਨੂੰ ਕਿਸ ਚੀਜ਼ ਦੀ ਜਾਂਚ ਨਹੀਂ ਹੈ? ਰੁਕਣ ਦੀ। ਕਿਹੜਾ ਸਮਾਂ ਮਨੁੱਖ ਦੇ ਹੱਥ ਵਿੱਚ ਹੈ? ਵਰਤਮਾਨ। ਮਨੁੱਖ ਵਰਤਮਾਨ ਸਮੇਂ ਨੂੰ ਕਿਵੇਂ ਸਫਲ ਕਰ ਸਕਦਾ ਹੈ? ਨਾਮ ਸਿਮਰਨ ਕਰਕੇ ਅਤੇ ਚੰਗੇ ਕੰਮਾਂ ਵਿੱਚ ਲਾ ਕੇ। ਨਾਮ ਸਿਮਰਨ ਕਰਕੇ ਅਤੇ ਚੰਗੇ ਕੰਮਾਂ ਵਿੱਚ ਲਾ ਕੇ। ਬਿਨ ਫਸ਼ਾਂ ਦਾ ਫੁੱਲ। ਮੇਰੀ ਛਿਪੀ ਰਹੀ ਗੁਲਜ਼ਾਰ ਮੈਂ ਨੀਵਾ ਉਗਿਆ। ਕੋਈ ਲੱਗੇ ਨਾ ਨਜ਼ਰ ਟਪਾਰ ਮੈਂ ਪਰਬਤ ਲੁਕਿਆ। ਮੈਂ ਲਿਆ ਆਕਾਸ਼ੋਂ ਰੰਗ, ਮੈਂ ਲਿਆ ਆਕਾਸ਼ੋਂ ਰੰਗ, ਜੋ ਸੋਖ ਨਾ ਵਨ ਦਾ। ਹਾਂ ਧੂਰੋਂ ਗਰੀਬੀ ਮੰਗ, ਮੈਂ ਆਇਆ ਜਗਤ ਤੇ। ਪ੍ਰਸੰਗ। ਇਹ ਕਾਵਿ ਟੋਟਾ 9ਵੀਂ ਜਮਾਤ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਬਿਨ ਫਸ਼ਾਂ ਦਾ ਫੁੱਲ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇੱਕ ਜਗਿਆਸੂ ਦੀਆਂ ਭਾਵਨਾਵਾਂ ਦਾ ਪ੍ਰਗਟਾਓ ਭਾਈ ਸਾਹਿਬ ਨੇ ਕੁਦਰਤ ਦੇ ਮਾਨਵੀਕਰਨ ਰਾਹੀਂ ਬਿਨਫਸ਼ਾਂ ਦੇ ਫੁੱਲ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤ ਕੇ ਕੀਤਾ ਹੈ। ਵਿਆਖਿਆ। ਭਾਈ ਸਾਹਿਬ ਬਿਨਫਸ਼ਾਂ ਦੇ ਫੁੱਲ ਦਾ ਮਾਨਵੀਕਰਨ ਕਰਦੇ ਹੋਏ ਇੱਕ ਜਗਿਆਸੂ ਦੇ ਰੂਪ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਓ ਕਰਦੇ ਹੋਏ ਲਿਖਦੇ ਹਨ ਕਿ ਮੇਰੀ ਇੱਛਾ ਹੈ ਕਿ ਮੇਰੀ ਗੁਲਜ਼ਾਰ ਛੁਪੀ ਰਹੇ, ਇਸ ਲਈ ਹੀ ਮੈਂ ਪਰਬਤਾਂ ਵਿੱਚ ਨੀਵੀਆਂ ਥਾਵਾਂ ਤੇ ਲੁਕ ਕੇ ਉਗਦਾ ਹਾਂ। ਮੇਰੀ ਇੱਛਾ ਹੈ ਕਿ ਮੇਰੀ ਸੁੰਦਰਤਾ ਨੂੰ ਕਿਸੇ ਦੀ ਵੀ ਬੁਰੀ ਨਜ਼ਰ ਨਾ ਲੱਗੇ। ਮੈਨੂੰ ਅਸਮਾਨ ਤੋਂ ਕੁਦਰਤੀ ਤੌਰ ਤੇ ਜੋ ਰੰਗ ਮਿਲਿਆ ਹੈ ਉਹ ਬਹੁਤ ਭੜਕੀਲਾ ਨਹੀਂ ਹੈ। ਮੈਂ ਸੰਸਾਰ ਵਿੱਚ ਸ਼ੁਰੂ ਤੋਂ ਹੀ ਗਰੀਬੀ ਲੈ ਕੇ ਹੀ ਪੈਦਾ ਹੋਇਆ ਹਾਂ ਅਤੇ ਮੈਂ ਹਮੇਸ਼ਾ ਗਰੀਬ ਤੇ ਨਿਮਾਣਾ ਬਣ ਕੇ ਹੀ ਰਹਿਣਾ ਚਾਹੁੰਦਾ ਹਾਂ ਤਾਂ ਕਿ ਕਿਸੇ ਦਾ ਵੀ ਧਿਆਨ ਮੇਰੇ ਵੱਲ ਨਾ ਆਵੇ। ਮੈਂ ਪਿਆ ਅਰਸ਼ ਦੀ ਤਰੇਲ, ਪੱਲਾ ਮੈਂ ਕਿਰਨ ਖਾ। ਮੇਰੀ ਨਾਲ ਚਾਂਦਨੀ ਖੇਲ, ਰਾਤ ਰਲ ਖੇਲੀਏ। ਮੈਂ ਮਸਤ ਆਪਣੇ ਹਾਲ, ਮਗਨ ਗੰਧ ਆਪਣੀ। ਹਾਂ ਦਿਨ ਨੂੰ ਭੋਰੇ ਨਾਲ ਵੀ ਮਿਲਣੋਂ ਸੰਗਦਾ। ਆ ਸ਼ੋਖੀ ਕਰਕੇ ਪੌਣ ਜਦੋਂ ਗੱਲ ਲੱਗਦੀ। ਮੈਂ ਨਾ ਹੀ ਹਿਲਾਵਾਂ ਤੋਣ, ਵਾਜ ਨਾ ਕੱਢਦਾ। ਪ੍ਰਸੰਗ। ਇਹ ਕਾਵਿ ਟੋਟਾ 9ਵੀਂ ਜਮਾਤ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਬਿਨ ਫਸ਼ਾਂ ਦਾ ਫੁੱਲ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆ
ਕਿਹਾ ਹੈ ਕਿ ਉਹ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇੱਕ ਜਗਿਆਸੂ ਦੀਆਂ ਭਾਵਨਾਵਾਂ ਦਾ ਪ੍ਰਗਟਾਓ ਭਾਈ ਸਾਹਿਬ ਨੇ ਕੁਦਰਤ ਦੇ ਮਾਨਵੀਕਰਨ ਰਾਹੀਂ ਬਿਨਫਸ਼ਾਂ ਦੇ ਫੁੱਲ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤ ਕੇ ਕੀਤਾ ਹੈ। ਵਿਆਖਿਆ। ਕਵੀ ਬਿਨਫਸ਼ਾਂ ਦੇ ਫੁੱਲ ਦੇ ਮੂੰਹੋਂ ਸਾਧਕ ਦੇ ਰੂਪ ਵਿੱਚ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ ਮੇਰੀ ਇੱਛਾ ਬਿਨਫਸ਼ਾਂ ਦੇ ਫੁੱਲ ਵਾਂਗ ਹਮੇਸ਼ਾ ਛੁਪੇ ਰਹਿਣ ਦੀ ਹੈ। ਮੈਂ ਬਹੁਤ ਸਾਦਾ ਜੀਵਨ ਜਿਉਂਦਾ ਹਾਂ ਅਤੇ ਹਮੇਸ਼ਾ ਨੀਵਾਂ ਹੋ ਕੇ ਰਹਿੰਦਾ ਹਾਂ। ਮੇਰੇ ਜਿਉਂਦੇ ਰਹਿਣ ਲਈ ਪੀਣ ਲਈ ਅਰਸ ਦੀ ਤਰੇਲ ਹੈ। ਮੇਰੇ ਜਿਉਂਦੇ ਰਹਿਣ ਲਈ ਪੀਣ ਲਈ ਅਰਸ ਦੀ ਤਰੇਲ ਹੈ ਅਤੇ ਖਾਣ ਲਈ ਸੂਰਜ ਦੀ ਕਿਰਨ। ਮੇਰੇ ਰਾਤ ਭਰ ਖੇਡਣ ਲਈ ਚੰਦ ਦੀ ਚਾਂਦਨੀ ਹੈ। ਮੈਂ ਹਰ ਸਮੇਂ ਆਪਣੇ ਆਪ ਵਿੱਚ ਅਤੇ ਆਪਣੀ ਖੁਸ਼ਬੂ ਵਿੱਚ ਹਮੇਸ਼ਾ ਮਸਤ ਰਹਿੰਦਾ ਹਾਂ। ਦਿਨ ਦੇ ਸਮੇਂ ਤਾਂ ਮੈਨੂੰ ਭੋਰੇ ਨਾਲ ਮਿਲਣ ਤੋਂ ਵੀ ਸੰਗ ਲੱਗਦੀ ਹੈ। ਜਦੋਂ ਚਲਦੀ ਹੋਈ ਤੇਜ਼ ਹਵਾ ਮੇਰੇ ਨਾਲ ਲੱਗਦੀ ਹੈ ਤਾਂ ਮੈਂ ਨਾ ਧੌਣ ਹਿਲਾਉਂਦਾ ਹਾਂ, ਨਾ ਮੂੰਹੋਂ ਆਵਾਜ਼ ਕਰਦਾ ਹਾਂ। ਇਸ ਦਾ ਮਤਲਬ ਮੈਂ ਹਮੇਸ਼ਾ ਨਿਮਾਣਾ ਬਣ ਕੇ ਰਹਿੰਦਾ ਹਾਂ। ਮੇਰੀ ਦੁਨੀਆ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਇੱਛਾ ਨਹੀਂ ਹੈ। ਹੋ ਫਿਰ ਵੀ ਟੁੱਟਾ ਹਾਏ ਵਿਛੋੜਨ ਵਾਲਿਓ, ਮੇਰੀ ਪਿੰਨੀ ਇਹ ਖੁਸ਼ਬੂ ਕਿਵੇਂ ਨਾ ਛਿਪਦੀ। ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਪ੍ਰਸੰਗ। ਇਹ ਕਾਵਿ ਟੋਟਾ 9ਵੀਂ ਜਮਾਤ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਬਿਨਫਸ਼ਾਂ ਦਾ ਫੁੱਲ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਹੋਏ ਇੱਕ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇੱਕ ਜਗਿਆਸੂ ਦੀਆਂ ਭਾਵਨਾਵਾਂ ਦਾ ਪ੍ਰਗਟਾਓ ਭਾਈ ਸਾਹਿਬ ਨੇ ਕੁਦਰਤ ਦੇ ਮਾਨਵੀਕਰਨ ਰਾਹੀਂ ਬਿਨਫਸ਼ਾਂ ਦੇ ਫੁੱਲ ਨੂੰ ਚਿੰਨ੍ਹ ਦੇ ਰੂਪ ਵਿੱਚ ਵਰਤ ਕੇ ਕੀਤਾ ਹੈ। ਵਿਆਖਿਆ। ਕਵੀ ਬਿਨਫਸ਼ਾਂ ਦੇ ਫੁੱਲ ਨੂੰ ਇੱਕ ਜਗਿਆਸੂ ਮਾਨਵ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਉਸ ਤੋਂ ਅਖਵਾਉਂਦੇ ਹਨ ਕਿ ਮੇਰੀ ਇਹ ਚਾਹਤ ਹੈ ਕਿ ਮੇਰੀ ਹੋਂਦ ਦਾ ਕਿਸੇ ਨੂੰ ਪਤਾ ਨਾ ਲੱਗੇ। ਮੈਂ ਹਮੇਸ਼ਾ ਲੁਕ ਛੁਪ ਕੇ ਰਹਿਣਾ ਚਾਹੁੰਦਾ ਹਾਂ ਅਤੇ ਆਪਣੇ ਪ੍ਰਭੂ ਦੇ ਪ੍ਰੇਮ ਪਿਆਰ ਵਿੱਚ ਮਸਤ ਰਹਿ ਕੇ ਜੀਵਨ ਗੁਜ਼ਾਰਨਾ ਚਾਹੁੰਦਾ ਹਾਂ। ਪਰ ਅਫਸੋਸ ਕਿ ਵਿਛੋੜਾ ਪਾਉਣ ਵਾਲਿਆਂ ਦੁਆਰਾ ਮੈਨੂੰ ਵਾਰ-ਵਾਰ ਤੋੜ ਦਿੱਤਾ ਜਾਂਦਾ ਹੈ। ਮੈਂ ਬਹੁਤ ਛੁਪਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਪਿੰਨੀ ਖੁਸ਼ਬੂ ਨੇ ਮੈਨੂੰ ਛੁਪਣ ਨਹੀਂ ਦਿੱਤਾ। ਮੇਰੀ ਇਹ ਇੱਛਾ ਸੀ ਕਿ ਮੈਂ ਛੁਪੇ ਰਹਾਂ ਤੇ ਛੁਪਿਆਂ ਹੀ ਦੁਨੀਆ ਤੋਂ ਚਲਾ ਜਾਵਾਂ। ਮੈਂ ਬਹੁਤ ਤਰਲੇ ਕਰ ਰਿਹਾ ਹਾਂ। ਪਰ ਮੇਰੀ ਇਹ ਇੱਛਾ ਪੂਰੀ ਨਹੀਂ ਹੁੰਦੀ। ਭਾਵ ਪਰਮਾਤਮਾ ਦੇ ਪ੍ਰੇਮ ਵਿੱਚ ਜੁੜੇ ਭਗਤ ਦੀ ਵਡਿਆਈ ਛੁਪੀ ਨਹੀਂ ਰਹਿੰਦੀ, ਪਰ ਉਸ ਸੱਚੇ ਭਗਤ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਹੋਂਦ ਜਗ ਜ਼ਾਹਰ ਨਾ ਹੋਵੇ। ਬਿਨਫਸ਼ਾਂ ਦਾ ਫੁੱਲ। ਹਾਂਜੀ, ਇਸ ਦਾ ਜੋ ਕੇਂਦਰੀ ਭਾਵ ਹੈ ਉਹ ਹੈ
ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਇੱਕ ਸਾਧਕ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਆਪਣੇ ਗੁਣਾਂ ਦੀ ਸੁਗੰਧ ਕਾਰਨ ਉਸ ਦੀ ਹੋਂਦ ਛੁਪੀ ਨਹੀਂ ਰਹਿੰਦੀ ਅਤੇ ਉਸ ਦੀ ਮੌਜੂਦਗੀ ਦੀ ਸੁਗੰਧ ਆਲੇ ਦੁਆਲੇ ਵਿੱਚ ਫੈਲ ਜਾਂਦੀ ਹੈ, ਜਿਸ ਕਾਰਨ ਉਸ ਜਗਿਆਸੂ ਦੀ ਇੱਛਾ ਪੂਰੀ ਨਹੀਂ ਹੁੰਦੀ। ਬਿਨਫਸ਼ਾ ਦੇ ਫੁੱਲ ਦਾ ਕੇਂਦਰੀ ਭਾਵ ਹੈ, ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਇੱਕ ਸਾਧਕ ਦੁਨੀਆ ਸਾਹਮਣੇ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਆਪਣੇ ਗੁਣਾਂ ਦੀ ਸੁਗੰਧ ਕਾਰਨ ਉਸ ਦੀ ਹੋਂਦ ਛੁਪੀ ਨਹੀਂ ਰਹਿੰਦੀ ਅਤੇ ਉਸ ਦੀ ਮੌਜੂਦਗੀ ਦੀ ਸੁਗੰਧ ਆਲੇ ਦੁਆਲੇ ਵਿੱਚ ਫੈਲ ਜਾਂਦੀ ਹੈ, ਜਿਸ ਕਾਰਨ ਉਸ ਜਗਿਆਸੂ ਦੀ ਇੱਛਾ ਪੂਰੀ ਨਹੀਂ ਹੁੰਦੀ। ਕਵੀ ਨੇ ਬਿਨਫਸ਼ਾ ਦੇ ਫੁੱਲ ਵਿੱਚ ਕੁਦਰਤ ਦਾ ਕੀ ਕੀਤਾ ਹੈ? ਕਵੀ ਨੇ ਬਿਨਫਸ਼ਾ ਦੇ ਫੁੱਲ ਵਿੱਚ ਕੁਦਰਤ ਦਾ ਕੀ ਕੀਤਾ ਹੈ? ਮਾਨਵੀਕਰਨ। ਬਿਨਫਸ਼ਾ ਦਾ ਫੁੱਲ ਕਿੱਥੇ ਉੱਗਿਆ ਹੈ? ਪਰਬਤਾਂ ਵਿੱਚ ਨੀਵੀਂ ਥਾਂ। ਪਰਬਤਾਂ ਵਿੱਚ ਨੀਵੀਂ ਥਾਂ। ਕਵੀ ਨੇ ਬਿਨਫਸ਼ਾ ਦੇ ਫੁੱਲ ਨੂੰ ਕੀ ਬਣਾਇਆ ਹੈ? ਜਗਿਆਸੂ ਦਾ ਪ੍ਰਤੀਕ। ਬਿਨਫਸ਼ਾ ਦਾ ਫੁੱਲ ਰਾਤ ਨੂੰ ਕਿਸ ਨਾਲ ਖੇਡਦਾ ਹੈ? ਚੰਨ ਦੀ ਚਾਂਦਨੀ ਨਾਲ। ਬਿਨਫਸ਼ਾ ਦਾ ਫੁੱਲ ਕੀ ਚਾਹੁੰਦਾ ਹੈ? ਹਮੇਸ਼ਾ ਲੁਕਿਆ ਰਹਿਣਾ। ਬਿਨਫਸ਼ਾ ਦੇ ਫੁੱਲ ਨੂੰ ਤੋੜਨ ਵਾਲੇ ਉਸ ਕੋਲ ਕਿਵੇਂ ਪੁੱਜ ਜਾਂਦੇ ਹਨ? ਉਸ ਦੀ ਭਿੰਨੀ ਖੁਸ਼ਬੂ ਕਾਰਨ। ਬਿਨਫਸ਼ਾ ਦੇ ਫੁੱਲ ਨੂੰ ਤੋੜਨ ਵਾਲੇ ਉਸ ਕੋਲ ਕਿਵੇਂ ਪੁੱਜ ਜਾਂਦੇ ਹਨ? ਉਸ ਦੀ ਭਿੰਨੀ ਖੁਸ਼ਬੂ ਕਾਰਨ। ਟੁਕੜੀ ਜਗ ਤੋਂ ਨਿਆਰੀ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ। ਹੁਸਨ ਮੰਡਲ ਵਿੱਚ ਖੜੀ ਖੇਲਦੀ ਖੁਸ਼ੀਆਂ ਛੇਬਰ ਲਾਈ। ਦੌੜੀ ਨੇ ਇੱਕ ਮੁੱਠ ਭਰ ਲਿੱਤੀ, ਇਸ ਵਿੱਚ ਕੀ ਕੀ ਆਇਆ? ਪਰਬਤ ਟਿੱਬੇ ਅਤੇ ਕਰੇਵੇ ਵਿੱਚ ਮੈਦਾਨ ਸੁਹਾਇਆ। ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ। ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜਿਹੇ ਸੁੰਦਰ। ਬਰਫਾਂ ਮੀਂਹ ਧੁੱਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ। ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ। ਪ੍ਰਸੰਗ। ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ਟੁਕੜੀ ਜਗ ਤੋਂ ਨਿਆਰੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਕਸ਼ਮੀਰ ਦੀ ਸੁੰਦਰਤਾ ਬਾਰੇ ਦੱਸਦੇ ਹੋਏ ਲਿਖਦੇ ਹਨ ਕਿ ਕੁਦਰਤ ਦੀ ਦੇਵੀ ਨੇ ਹੁਸਨ ਮੰਡਲ ਵਿੱਚ ਖੇਡਦਿਆਂ ਉੱਥੋਂ ਦੇ ਸਾਰੇ ਸੁੰਦਰ ਨਜ਼ਾਰਿਆਂ ਨੂੰ ਕਸ਼ਮੀਰ ਦੀ ਸਿਰਜਣਾ ਲਈ ਆਪਣੀ ਮੁੱਠੀ ਵਿੱਚ ਇਕੱਠਾ ਕਰ ਲਿਆ। ਵਿਆਖਿਆ। ਭਾਈ ਸਾਹਿਬ ਲਿਖਦੇ ਹਨ ਕਿ ਮੈਨੂੰ ਅਸਮਾਨ ਵਿੱਚ ਕੁਦਰਤ ਦੀ ਦੇਵੀ ਦਿਖਾਈ ਦਿੱਤੀ। ਉਹ ਅਸਮਾਨ ਦੇ ਹੁਸਨ ਦੇ ਖੰਡ ਵਿੱਚ ਖੇਡ ਰਹੀ ਸੀ। ਉਸ ਦੁਆਰਾ ਖੁਸ਼ੀਆਂ ਦੀ ਵਰਖਾ ਕੀਤੀ ਜਾ ਰਹੀ ਸੀ। ਉਸ ਨੇ ਭੱਜ ਕੇ ਉਸ ਹੁਸਨ ਮੰਡਲ ਵਿੱਚੋਂ ਇੱਕ ਮੁੱਠੀ ਭਰ ਲਈ। ਇਸ ਮੁੱਠੀ ਵਿੱਚ ਕੀ ਕੀ ਆਇਆ? ਇਸ ਵਿੱਚ ਪਰਬਤ ਪਹਾੜ ਟਿੱਬੇ ਟਿੱਬੀਆਂ ਉੱਪਰ ਪੱਧਰੀਆਂ ਥਾਵਾਂ ਸੋਹਣੇ ਮੈਦਾਨ ਚਸ਼ਮੇ ਨਾਲੇ
ਨਦੀਆਂ ਸਮੁੰਦਰਾਂ ਵਰਗੀਆਂ ਝੀਲਾਂ, ਠੰਡੀਆਂ ਥਾਵਾਂ, ਮਿੱਠੀਆਂ ਹਵਾਵਾਂ, ਬਾਗਾਂ ਵਰਗੇ ਸੋਹਣੇ ਜੰਗਲ, ਬਰਫਾਂ, ਮੀਂਹ, ਧੁੱਪਾਂ, ਬੱਦਲ, ਰੁੱਤਾਂ ਤੇ ਪਿਆਰੇ ਮੇਵੇ ਸਨ। ਇਸ ਦੇ ਨਾਲ ਹੀ ਉਸ ਮੁੱਠੀ ਵਿੱਚ ਹੋਰ ਬਹੁਤ ਸਾਰੇ ਅਸਮਾਨੀ ਨਜ਼ਾਰੇ ਵੀ ਆ ਗਏ। ਸੋਹਣੀ ਨੇ ਅਸਮਾਨ ਖੜੇ ਸੋਹਣੀ ਨੇ ਅਸਮਾਨ ਖੜੋ ਕੇ ਧਰਤੀ ਵੱਲ ਤਕਾ ਕੇ ਇਹ ਮੁੱਠੀ ਖਾਲੀ ਤੇ ਸੁੱਟਿਆ ਸਭ ਕੁਝ ਹੇਠ ਤਕਾ ਕੇ। ਜਿਸ ਥਾਵੇਂ ਧਰਤੀ ਤੇ ਆ ਕੇ ਇਹ ਮੁੱਠੀ ਡਿੱਗੀ ਸਾਰੀ, ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜਗ ਤੋਂ ਨਿਆਰੀ। ਪ੍ਰਸੰਗ ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ਟੁਕੜੀ ਜਗ ਤੋਂ ਨਿਆਰੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਕਸ਼ਮੀਰ ਦੀ ਸੁੰਦਰਤਾ ਬਾਰੇ ਦੱਸਦੇ ਹੋਏ ਲਿਖਦੇ ਹਨ ਕਿ ਕੁਦਰਤ ਦੀ ਦੇਵੀ ਨੇ ਹੁਸਨ ਮੰਡਲ ਵਿੱਚ ਖੇਡਦਿਆਂ ਉੱਥੋਂ ਦੇ ਸਾਰੇ ਸੁੰਦਰ ਨਜ਼ਾਰਿਆਂ ਨੂੰ ਕਸ਼ਮੀਰ ਦੀ ਸਿਰਜਣਾ ਲਈ ਆਪਣੀ ਮੁੱਠੀ ਵਿੱਚ ਇਕੱਠਾ ਕਰ ਲਿਆ। ਕੁਦਰਤ ਨੇ ਆਪਣੀ ਮੁੱਠੀ ਵਿੱਚੋਂ ਹੁਸਨ ਮੰਡਲ ਦੇ ਨਜ਼ਾਰੇ ਭਰ ਕੇ ਜਿਸ ਥਾਂ ਸੁੱਟੇ ਉੱਥੇ ਕਸ਼ਮੀਰ ਬਣ ਗਿਆ। ਵਿਆਖਿਆ ਭਾਈ ਸਾਹਿਬ ਲਿਖਦੇ ਹਨ ਕਿ ਸੋਹਣੀ ਮੁਟਿਆਰ ਦੇ ਰੂਪ ਵਿੱਚ ਕੁਦਰਤ ਦੀ ਦੇਵੀ ਨੇ ਅਸਮਾਨ ਵਿੱਚ ਖੜੀ ਹੋ ਕੇ ਧਰਤੀ ਵੱਲ ਤੱਕਿਆ ਅਤੇ ਆਪਣੀ ਭਰੀ ਹੋਈ ਮੁੱਠੀ ਖੋਲ ਕੇ ਉਹ ਸਾਰੇ ਕੁਦਰਤੀ ਹੁਸਨ ਮੰਡਲ ਦੇ ਨਜ਼ਾਰੇ ਜੋ ਮੁੱਠੀ ਵਿੱਚ ਸਨ, ਧਰਤੀ ਉੱਪਰ ਸੁੱਟ ਦਿੱਤੇ। ਧਰਤੀ ਉੱਪਰ ਜਿਸ ਥਾਂ ਤੇ ਆ ਕੇ ਉਹ ਸਾਰੀ ਮੁੱਠੀ ਡਿੱਗੀ, ਉੱਥੇ ਸੋਹਣਾ ਕਸ਼ਮੀਰ ਬਣ ਗਿਆ, ਜਿੱਥੇ ਅੱਜ ਕੱਲ੍ਹ ਸੁੰਦਰਤਾ ਦੇ ਉਹ ਸਾਰੇ ਸੋਹਣੇ ਦ੍ਰਿਸ਼ ਮੌਜੂਦ ਹਨ ਜੋ ਉਸ ਮੁੱਠੀ ਵਿੱਚ ਭਰੇ ਹੋਏ ਸਨ। ਇਸ ਪ੍ਰਕਾਰ ਕਸ਼ਮੀਰ ਪੂਰੇ ਸੰਸਾਰ ਵਿੱਚ ਸਭ ਤੋਂ ਨਿਆਰੀ ਥਾਂ ਬਣ ਗਿਆ। ਹੈ ਧਰਤੀ ਪਰ ਛੋ ਅਸਮਾਨੀ, ਸੁੰਦਰਤਾ ਵਿੱਚ ਲਿਸ਼ਕੇ, ਧਰਤੀ ਦੇ ਰਸ ਸੁਆਦ ਨਜ਼ਾਰੇ, ਰਮਜ਼ ਅਰਸ਼ ਦੀ ਚਸਕੇ। ਧਰਤੀ ਦੇ ਰਸ ਸੁਆਦ ਨਜ਼ਾਰੇ, ਰਮਜ਼ ਅਰਸ਼ ਦੀ ਚਸਕੇ। ਪ੍ਰਸੰਗ ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ਟੁਕੜੀ ਜਗ ਤੋਂ ਨਿਆਰੀ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਕਸ਼ਮੀਰ ਦੀ ਸੁੰਦਰਤਾ ਬਾਰੇ ਦੱਸਦੇ ਹੋਏ ਲਿਖਦੇ ਹਨ ਕਿ ਕੁਦਰਤ ਦੀ ਦੇਵੀ ਨੇ ਹੁਸਨ ਮੰਡਲ ਵਿੱਚ ਖੇਡਦਿਆਂ ਉੱਥੋਂ ਦੇ ਸਾਰੇ ਸੁੰਦਰ ਨਜ਼ਾਰਿਆਂ ਨੂੰ ਕਸ਼ਮੀਰ ਦੀ ਸਿਰਜਣਾ ਲਈ ਆਪਣੀ ਮੁੱਠੀ ਵਿੱਚ ਇਕੱਠਾ ਕਰ ਲਿਆ ਅਤੇ ਜਿਸ ਥਾਂ ਧਰਤੀ ਤੇ ਸੁੱਟੇ ਉਸ ਥਾਂ ਕਸ਼ਮੀਰ ਬਣ ਗਿਆ। ਕਸ਼ਮੀਰ ਦੀ ਸੁੰਦਰਤਾ ਬਹੁਤ ਹੀ ਅਦਭੁਤ ਅਤੇ ਲਾਸਾਨੀ ਹੈ। ਕਸ਼ਮੀਰ ਦੀ ਸੁੰਦਰਤਾ ਬਹੁਤ ਹੀ ਅਦਭੁਤ ਅਤੇ ਲਾਸਾਨੀ ਹੈ। ਵਿਆਖਿਆ ਭਾਈ ਸਾਹਿਬ ਕਸ਼ਮੀਰ ਦੀ ਸੁੰਦਰਤਾ ਬਾਰੇ ਲਿਖਦੇ ਹੋਏ ਦੱਸਦੇ ਹਨ ਕਿ ਕਸ਼ਮੀਰ ਭਾਵੇਂ ਇੱਕ ਧਰਤੀ ਦਾ ਹੀ ਟੁਕੜਾ ਹੈ, ਪਰ ਆਪਣੀ ਵਿਲੱਖਣ ਸੁੰਦਰਤਾ ਕਰਕੇ ਇਸ ਨੂੰ ਅਸਮਾਨੀ ਛੋਹ ਪ੍ਰਾਪਤ ਹੋਈ ਲੱਗਦੀ ਹੈ। ਇਸ ਵਿੱਚ ਅਰਸ਼ਾਂ ਦੀ ਸੁੰਦਰਤਾ ਲਿਸ਼ਕਦੀ ਹੈ। ਅਦਭੁਤ ਰਸ ਤੇ ਸਵਾਦ ਨਾਲ ਭਰੇ ਇਸ ਧਰਤੀ ਦੇ ਨਜ਼ਾਰਿਆਂ ਵਿੱਚੋਂ ਕਿਸੇ ਅਸਮਾਨੀ ਰਹੱਸ ਦਾ ਅਨੁਭਵ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਕਸ਼ਮੀਰ ਦੀ ਸੁੰਦਰਤਾ ਬਹੁਤ ਹੀ ਅਦਭੁਤ, ਆਨੰਦਮਈ ਅਤੇ ਅਸਮਾਨੀ ਛੋਹ ਪ੍ਰਾਪਤ ਹੈ।
ਟੁਕੜੀ ਜਗ ਤੋਂ ਨਿਆਰੀ ਇਸ ਦਾ ਕੇਂਦਰੀ ਭਾਵ ਹੈ ਜੀ ਕਸ਼ਮੀਰ ਦੀ ਅਦਭੁਤ ਅਤੇ ਆਨੰਦਮਈ ਨਜ਼ਾਰਿਆਂ ਨਾਲ ਭਰੀ ਧਰਤੀ ਦਾ ਨਿਰਮਾਣ ਕੁਦਰਤ ਦੀ ਦੇਵੀ ਨੇ ਆਪ ਕੀਤਾ ਹੈ। ਇਸ ਧਰਤੀ ਨੂੰ ਕੋਈ ਅਸਮਾਨੀ ਛੋਹ ਪ੍ਰਾਪਤ ਹੈ ਕਿਉਂਕਿ ਇਹ ਥਾਂ ਕੁਦਰਤ ਦੇ ਮਨਮੋਹਕ ਨਜ਼ਾਰਿਆਂ ਨਾਲ ਭਰਪੂਰ ਹੈ। ਟੁਕੜੀ ਜਗ ਤੋਂ ਨਿਆਰੀ ਕਵਿਤਾ ਵਿੱਚ ਕਿਸ ਦੀ ਸੁੰਦਰਤਾ ਦਾ ਵਰਣਨ ਹੋਇਆ ਹੈ? ਕਸ਼ਮੀਰ ਦੀ। ਕੁਦਰਤ ਦੀ ਦੇਵੀ ਕਿੱਥੇ ਖੇਡ ਰਹੀ ਸੀ? ਹੁਸਨ ਮੰਡਲ ਵਿੱਚ। ਕੁਦਰਤ ਦੀ ਮੁੱਠੀ ਵਿੱਚ ਭਰੀਆਂ ਵਸਤਾਂ ਜਿੱਥੇ ਡਿੱਗੀਆਂ ਉੱਥੇ ਕੀ ਬਣ ਗਿਆ? ਕਸ਼ਮੀਰ। ਕਿਸ ਧਰਤੀ ਨੂੰ ਅਸਮਾਨੀ ਛੋਹ ਲੱਗੀ ਪ੍ਰਤੀਤ ਹੋਈ ਹੈ? ਕਸ਼ਮੀਰ ਨੂੰ। ਕਸ਼ਮੀਰ ਦੀ ਸਿਰਜਣਾ ਕਿਸ ਦੁਆਰਾ ਕੀਤੀ ਪ੍ਰਤੀਤ ਹੁੰਦੀ ਹੈ? ਕੁਦਰਤ ਦੁਆਰਾ। ਬ੍ਰਿਛ। ਧਰਤੀ ਦੇ ਬ੍ਰਿਛ ਧਰਤੀ ਦੇ ਹੇ ਤੰਗ ਦਿਲ ਲੋਕੋ ਨਾਲ ਅਸਾਂ ਕਿਉਂ ਲੜਦੇ? ਚੋੜੇ ਦਾਉ ਅਸਾਂ ਨਹੀਂ ਵਧਣਾ ਸਿੱਧੇ ਜਾਣਾ ਚੜ੍ਹਦੇ। ਘੇਰੇ ਤੇ ਫੈਲਾਓ ਅਸਾਡੇ ਵਿੱਚ ਅਸਮਾਨਾਂ ਹੋਸਣ ਗਿੱਠ ਥਾਉ ਧਰਤੀ ਤੇ ਮੱਲੀ ਅਜੇ ਤੁਸੀਂ ਹੋ ਲੜਦੇ। ਧਰਤੀ ਦੇ ਹੇ ਤੰਗ ਧਰਤੀ ਦੇ ਹੇ ਤੰਗ ਦਿਲ ਲੋਕੋ ਨਾਲ ਅਸਾਂ ਕਿਉਂ ਲੜਦੇ? ਚੋੜੇ ਦਾਉ ਅਸਾਂ ਨਹੀਂ ਵਧਣਾ ਸਿੱਧੇ ਜਾਣਾ ਚੜ੍ਹਦੇ। ਘੇਰੇ ਤੇ ਫੈਲਾਓ ਅਸਾਡੇ ਵਿੱਚ ਅਸਮਾਨਾਂ ਹੋਸਣ ਗਿੱਠ ਥਾਉ ਧਰਤੀ ਤੇ ਮੱਲੀ ਅਜੇ ਤੁਸੀਂ ਹੋ ਲੜਦੇ। ਪ੍ਰਸੰਗ ਇਹ ਕਾਵਿ ਟੋਟਾ 9ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਹਿਤਮਾਲਾ ਵਿੱਚ ਦਰਜ ਭਾਈ ਵੀਰ ਸਿੰਘ ਦੁਆਰਾ ਲਿਖੀ ਹੋਈ ਕਵਿਤਾ ਬ੍ਰਿਛ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਬ੍ਰਿਛ ਦਾ ਮਾਨਵੀਕਰਨ ਕਰਦੇ ਹਨ। ਇਸ ਵਿੱਚ ਭਾਈ ਵੀਰ ਸਿੰਘ ਜੀ ਬ੍ਰਿਛ ਦਾ ਮਾਨਵੀਕਰਨ ਕਰਦੇ ਹਨ। ਇਸ ਵਿੱਚ ਭਾਈ ਵੀਰ ਸਿੰਘ ਜੀ ਬ੍ਰਿਛ ਦਾ ਮਾਨਵੀਕਰਨ ਕਰਦੇ ਹਨ, ਉਸ ਨੂੰ ਇੱਕ ਜਗਿਆਸੂ ਦੇ ਚਿੰਨ੍ਹ ਵਜੋਂ ਪੇਸ਼ ਕਰਦੇ ਹਨ, ਜਿਸ ਨਾਲ ਇਹ ਤੰਗ ਦਿਲ ਵਾਲੇ ਦੁਨੀਆ ਦੇ ਲੋਕ ਬੁਰਾ ਸਲੂਕ ਕਰਦੇ ਹਨ। ਵਿਆਖਿਆ। ਇਸ ਕਵਿਤਾ ਵਿੱਚ ਭਾਈ ਸਾਹਿਬ ਇੱਕ ਰੁੱਖ ਦੇ ਮੂੰਹੋਂ ਦੁਨੀਆ ਦੇ ਲੋਕਾਂ ਨੂੰ ਸੰਬੋਧਨ ਕਰਵਾ ਕੇ ਲਿਖਦੇ ਹਨ ਕਿ ਹੇ ਦੁਨੀਆ ਦੇ ਤੰਗ ਦਿਲ ਲੋਕੋ, ਰੁੱਖਾਂ ਨਾਲ ਕਿਉਂ ਲੜਦੇ ਰਹਿੰਦੇ ਹੋ? ਇਸ ਕਵਿਤਾ ਵਿੱਚ ਭਾਈ ਸਾਹਿਬ ਇੱਕ ਰੁੱਖ ਦੇ ਮੂੰਹੋਂ ਦੁਨੀਆ ਦੇ ਲੋਕਾਂ ਨੂੰ ਸੰਬੋਧਨ ਕਰਵਾ ਕੇ ਲਿਖਦੇ ਹਨ ਕਿ ਹੇ ਦੁਨੀਆ ਦੇ ਤੰਗ ਦਿਲ ਲੋਕੋ, ਰੁੱਖਾਂ ਨਾਲ ਕਿਉਂ ਲੜਦੇ ਰਹਿੰਦੇ ਹੋ? ਭਾਵ ਬੁਰਾ ਸਲੂਕ ਕਿਉਂ ਕਰਦੇ ਹੋ? ਬ੍ਰਿਛਾਂ ਦਾ ਫੈਲਾਓ ਤੁਹਾਡੇ ਵਾਂਗ ਧਰਤੀ ਉੱਪਰ ਨਹੀਂ ਸਗੋਂ ਸਿੱਧੇ ਅਸਮਾਨ ਵੱਲ ਨੂੰ ਵਧਦੇ ਜਾਂਦੇ ਹਨ। ਰੁੱਖ ਆਪਣੀਆਂ ਟਹਿਣੀਆਂ ਅਸਮਾਨ ਵਿੱਚ ਜਾ ਕੇ ਪਸਾਰਦੇ ਹਨ। ਧਰਤੀ ਤੋਂ ਤਾਂ ਰੁੱਖ ਕੇਵਲ ਇੱਕ ਗਿੱਠ ਥਾਂ ਹੀ ਰੋਕਦੇ ਹਨ, ਪਰ ਦੁਨੀਆ ਦੇ ਤੰਗ ਦਿਲ ਲੋਕ ਫਿਰ ਵੀ ਉਹਨਾਂ ਨਾਲ ਲੜਦੇ ਹਨ, ਭਾਵ ਉਹਨਾਂ ਨੂੰ ਕੱਟਦੇ ਵੱਢਦੇ ਹਨ। ਇਸ ਤਰ੍ਹਾਂ ਹੀ ਇੱਕ ਜਗਿਆਸੂ ਦੀ ਅਵਸਥਾ ਹੈ। ਉਸ ਦਾ ਸੰਸਾਰਿਕ ਪਦਾਰਥਾਂ ਵਿੱਚ ਮੋਹ ਨਹੀਂ ਹੁੰਦਾ। ਉਹ ਸੰਸਾਰ ਤੋਂ ਕੁਝ ਨਹੀਂ ਮੰਗਦੇ।
ਉਹਨਾਂ ਦੀ ਪ੍ਰੀਤ ਪਰਮਾਤਮਾ ਨਾਲ ਹੁੰਦੀ ਹੈ, ਪਰ ਇਹ ਦੁਨੀਆ ਦੇ ਲੋਕ ਉਹਨਾਂ ਨਾਲ ਬੁਰਾ ਸਲੂਕ ਕਰਦੇ ਹਨ। ਪਰ ਇਹ ਦੁਨੀਆ ਦੇ ਲੋਕ ਉਹਨਾਂ ਨਾਲ ਬੁਰਾ ਸਲੂਕ ਕਰਦੇ ਹਨ। ਬ੍ਰਿਛ ਕਵਿਤਾ ਦਾ ਕੇਂਦਰੀ ਭਾਵ ਹੈ ਜੀ, ਜਿਸ ਤਰ੍ਹਾਂ ਰੁੱਖ ਧਰਤੀ ਤੇ ਇੱਕ ਗਿੱਠ ਥਾਂ ਰੋਕ ਕੇ ਆਪਣਾ ਫੈਲਾਓ ਅਸਮਾਨ ਵਿੱਚ ਕਰਦੇ ਹਨ, ਫਿਰ ਵੀ ਲੋਕ ਉਹਨਾਂ ਨੂੰ ਵੱਢਦੇ ਹਨ। ਉਸ ਤਰ੍ਹਾਂ ਹੀ ਇੱਕ ਜਗਿਆਸੂ ਦੁਨੀਆ ਉੱਪਰ ਕੋਈ ਬੋਝ ਨਹੀਂ ਬਣਦਾ, ਪਰ ਇੱਥੋਂ ਦੇ ਤੰਗ ਦਿਲ ਲੋਕ ਫਿਰ ਵੀ ਉਸ ਨਾਲ ਬੁਰਾ ਸਲੂਕ ਕਰਦੇ ਹਨ। ਜਿਸ ਤਰ੍ਹਾਂ ਰੁੱਖ ਧਰਤੀ ਤੇ ਇੱਕ ਗਿੱਠ ਥਾਂ ਰੋਕ ਕੇ ਆਪਣਾ ਫੈਲਾਓ ਅਸਮਾਨ ਵਿੱਚ ਕਰਦੇ ਹਨ, ਫਿਰ ਵੀ ਲੋਕ ਉਹਨਾਂ ਨੂੰ ਵੱਢਦੇ ਹਨ। ਉਸ ਤਰ੍ਹਾਂ ਹੀ ਇੱਕ ਜਗਿਆਸੂ ਦੁਨੀਆ ਉੱਪਰ ਕੋਈ ਬੋਝ ਨਹੀਂ ਬਣਦਾ, ਪਰ ਇੱਥੋਂ ਦੇ ਤੰਗ ਦਿਲ ਲੋਕ ਫਿਰ ਵੀ ਉਸ ਨਾਲ ਬੁਰਾ ਸਲੂਕ ਕਰਦੇ ਹਨ। ਬ੍ਰਿਛ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ? ਬ੍ਰਿਛ ਕਵਿਤਾ ਕਿਸ ਕਵੀ ਦੀ ਲਿਖੀ ਹੋਈ ਹੈ? ਭਾਈ ਵੀਰ ਸਿੰਘ ਦੀ। ਬ੍ਰਿਛ ਕਵਿਤਾ ਕਿਸ ਨੂੰ ਸੰਬੋਧਿਤ ਹੈ? ਲੋਕਾਂ ਨੂੰ। ਬ੍ਰਿਛ ਕਵਿਤਾ ਅਨੁਸਾਰ ਧਰਤੀ ਦੇ ਲੋਕਾਂ ਦਾ ਦਿਲ ਕਿਹੋ ਜਿਹਾ ਹੈ? ਤੰਗ। ਬ੍ਰਿਛ ਦਾ ਪ੍ਰਸਾਰ ਕਿਸ ਥਾਂ ਜਾ ਕੇ ਹੁੰਦਾ ਹੈ? ਅਸਮਾਨ ਵਿੱਚ। ਬ੍ਰਿਛ ਧਰਤੀ ਤੇ ਕਿੰਨੀ ਥਾਂ ਰੋਕਦੇ ਹਨ? ਇੱਕ ਗਿੱਠ।